ਜਿਨ੍ਹਾਂ ਨੇ ਬੜੇ ਪਿਆਰ ਨਾਲ ਬਚਨ ਆਪਾਂ ਨੂੰ ਸਰਵਣ ਕਰਵਾਏ ਹਨ। ਗਿਆਨੀ ਪਰਮਜੀਤ ਸਿੰਘ ਜੀ ਮੋਗੇ ਵਾਲੇ, ਉਹਨਾਂ ਨੂੰ ਬੇਨਤੀ ਕੋ ਸਮਾਂ ਲਾਉਣ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਬਹੁਤ ਹੀ ਵਧੀਆ ਕਵੀਸ਼ਰੀ ਜਥਾ ਆਪ ਜੀ ਦੇ ਸਾਹਮਣੇ ਕੁਝ ਮਿੰਟਾਂ ਵਿੱਚ ਹੀ ਆ ਰਿਹਾ ਹੈ। ਉਹਨਾਂ ਪਾਸੋਂ ਆਪਾਂ ਗੁਰੂ ਕਾ ਇਤਿਹਾਸ ਸਰਵਣ ਕਰਨਾ ਹੈ। ਆਓ ਹੁਣ ਆਪਾਂ ਗਿਆਨੀ ਪਰਮਜੀਤ ਸਿੰਘ ਜੀ ਪਾਸੋਂ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰ ਸੁਣੈ, ਜੋ ਕਾਲ ਕਿਰਪਾ ਕਰਾਏ। ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਗੁਰਤਾ ਗੱਦੀ ਉਪਰ ਸੁਭਾਏ ਮਾਨ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਸਮੁੱਚੀ ਮਾਨਵਤਾ ਦੇ ਰਹਿਬਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰਮਤਿ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੀ ਗੁਰਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤਾਂ ਰਲ ਮਿਲ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਹਨ। ਅੰਮ੍ਰਿਤ ਕਥਾ ਸੰਤ ਸੰਗ ਸੁਨਵਾ, ਝਰਹਿ ਕਾਮ ਕ੍ਰੋਧ ਦ੍ਰਿਸ਼ਟਾਈ। ਜੇਕਰ ਸਾਧ ਸੰਗਤ ਜੀਓ ਦਾਸ ਬਾਣੀ ਦੇ ਇਹਨਾਂ ਪਾਵਨ ਪਵਿੱਤਰ ਪੰਕਤੀਆਂ ਦੀ ਵਿਚਾਰ ਕਰੇ ਤਾਂ ਸੱਚੇ ਪਾਤਸ਼ਾਹ ਜੀ ਸੰਤਾਂ ਦੀ ਸੰਗਤ ਦਾ ਮਹਾਤਮ ਦੱਸਦੇ ਹਨ। ਕਿਉਂਕਿ ਸੰਤ ਐਸੇ ਹਨ, ਹਰ ਕਾ ਸੰਤ ਹਰ ਕੀ ਹਰ ਮੂਰਤ, ਜਿਸ ਹਿਰਦੈ ਹਰ ਨਾਮ ਮੁਰਾਰ। ਕਿਉਂਕਿ ਸੰਤ ਉਹਨਾਂ ਰੱਬੀ ਤਾਕਤਾਂ ਦਾ, ਰੱਬੀ ਰੂਹਾਂ ਦਾ ਨਾਮ ਹੈ, ਜਿਨ੍ਹਾਂ ਦੇ ਵਿੱਚ ਨਿਮਰਤਾ ਹੋਵੇ, ਜਿਨ੍ਹਾਂ ਦੇ ਅੰਦਰ ਸਮਾਨ ਬਿਰਤੀ ਹੋਵੇ ਅਤੇ ਜਿਹੜੇ ਸੰਸਾਰ ਦੇ ਪਦਾਰਥਾਂ ਤੋਂ ਤਿਆਗੀ ਹੋਣ, ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ। ਅਤੇ ਜਿਹੜਾ ਵੀ ਸਾਧ ਸੰਗਤ ਜੀਓ ਇਹਨਾਂ ਸੰਤਾਂ ਮਹਾਤਮਾ ਦੀ ਸੰਗਤ ਕਰਦਾ ਹੈ, ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਜਿਹੜੇ ਵੀ ਪ੍ਰਾਣੀ ਕਲਯੁਗ ਸਮੇਂ ਦੇ ਅੰਦਰ ਸੰਤਾਂ ਦੀ ਸ਼ਰਨ ਵਿੱਚ ਪੈ ਕਰਕੇ, ਦੇਖੋ ਪਸਾਰ ਨੈਣ, ਸੁਨਹੁ ਸਾਧੂ ਕੇ ਬੈਨ, ਪ੍ਰਾਨ ਪਤ ਚਿਤ ਰਾਖ, ਸਗਲ ਹੈ ਮਰਨਾ। ਕਿਉਂਕਿ ਜਿਹੜੇ ਸੰਤ ਜਨ ਹੋਇਆ ਕਰਦੇ ਹਨ, ਇਹ ਹਮੇਸ਼ਾ ਹੀ ਆਪਣੀ ਸ਼ਰਨ ਵਿੱਚ ਆਇਆ ਹੋਇਆਂ ਨੂੰ ਸਾਧ ਸੰਗਤ ਜੀਓ ਪਰਮਾਤਮਾ ਦੀ ਭਗਤੀ ਦਾ ਸੱਚਾ ਮਾਰਗ ਦਿਖਾਉਂਦੇ ਹਨ। ਪਰ ਅੱਜ ਕੱਲ੍ਹ ਦੇ ਜਿਹੜੇ ਦੁਨਿਆਵੀ ਸੰਤ ਹਨ, ਇਹਨਾਂ ਦੀ ਹਾਲਤ ਤਾਂ ਸਾਧ ਸੰਗਤ ਜੀ ਐਸੀ ਹੈ ਕਿ ਜੇਕਰ 10 ਰੁਪਏ ਮੱਥਾ ਟੇਕੀਏ ਤਾਂ ਭੁੰਜੇ ਪਾ ਛੱਡਦੇ ਹਨ, ਅਤੇ 500 ਦਾ ਮੱਥਾ ਟੇਕੀਏ ਤਾਂ ਸਾਧ ਸੰਗਤ ਜੀ ਕੋਲ ਭਾ ਦਿੰਦੇ ਹਨ।
ਜਿਹੜੇ ਦੰਭੀ ਪਖੰਡੀ ਸੰਤ ਹੋਇਆ ਕਰਦੇ ਹਨ। ਅੱਜ ਕੱਲ੍ਹ ਦੀ ਜਿਹੜੀ ਸਾਡੀ ਮਾਨਵਤਾ ਹੈ, ਸਿੱਖੀ ਹੈ, ਇਹਨਾਂ ਦੁਨਿਆਵੀ ਭੇਖੀ ਦੇਹਧਾਰੀ ਗੁਰੂਆਂ ਦੇ ਵੱਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕਰਕੇ ਗੁਰਸਿੱਖੀ ਮਾਰਗ ਤੋਂ ਪਛੜ ਰਹੀ ਹੈ। ਸਾਨੂੰ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਅਤੇ ਸਾਧ ਸੰਗਤ ਜੀਓ, ਅੱਜ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹੋਲਾ ਮਹੱਲਾ, ਜਿਸ ਨੂੰ ਸਮੁੱਚਾ ਖਾਲਸਾ ਪੰਥ ਦੇਸ਼ਾਂ ਵਿਦੇਸ਼ਾਂ ਤੋਂ ਇਸ ਪਾਵਨ ਪਵਿੱਤਰ ਧਰਤੀ ਤੇ ਆ ਕਰਕੇ ਸੇਵਾ ਕਰਕੇ ਦਰਸ਼ਨ ਦੀਦਾਰੇ ਕਰਕੇ ਆਪਣੀ ਕੀਮਤੀ ਸਵਾਸਾਂ ਨੂੰ ਸਫਲਿਆਂ ਕਰ ਰਿਹਾ ਹੈ। ਦਾਸ ਸਾਧ ਸੰਗਤ ਜੀਓ, ਆਪਣੀ ਤੁਛ ਜਿਹੀ ਬੁੱਧੀ ਦੇ ਅਨੁਸਾਰ ਆਪ ਜੀ ਨੂੰ ਹੋਲੇ ਮਹੱਲੇ ਦਾ ਜੋ ਪੁਰਾਤਨ ਇਤਿਹਾਸ ਸੀ, ਕੀ ਜ਼ਰੂਰਤ ਸੀ ਕਿ ਕਲਗੀਧਰ ਪਾਤਸ਼ਾਹ ਜੀ ਨੇ ਹੋਲੀ ਤੋਂ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ। ਜੇਕਰ ਸਾਧ ਸੰਗਤ ਜੀ ਹੋਲੀ ਸ਼ਬਦ ਦੇ ਅਸੀਂ ਅਰਥ ਕਰੀਏ ਤਾਂ ਸਾਧ ਸੰਗਤ ਜੀ ਆਪ ਜੀ ਜਾਣਦੇ ਹੋ ਕਿ ਹਰਨਾਖਸ਼ ਦੀ ਭੈਣ ਦਾ ਨਾਂ ਹੋਲਿਕਾ ਸੀ। ਕਈ ਵਿਦਵਾਨ ਇਸ ਦੀ ਭੈਣ ਨੂੰ ਹੋਰੀ ਦੇ ਨਾਮ ਨਾਲ ਹੀ ਜਾਣਦੇ ਸਨ, ਪਰ ਵਧੇਰੇ ਕਰਕੇ ਹੋਲਿਕਾ ਜ਼ਿਆਦਾ ਪ੍ਰਚਲਿਤ ਹੈ। ਅਤੇ ਵਿਦਵਾਨ ਜਨ ਇਹ ਵੀ ਕਹਿੰਦੇ ਹਨ ਕਿ ਹੋਲੀ ਜਿਸ ਵਕਤ ਆਪਣੇ ਭਰਾ ਹਰਨਾਖਸ਼ ਦੇ ਕਹਿਣ ਉੱਤੇ ਭਗਤ ਪ੍ਰਹਿਲਾਦ ਜੀ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕਰਕੇ ਬਹੁਤ ਜ਼ਿਆਦੀਆਂ ਲੱਕੜਾਂ ਦੇ ਉੱਪਰ ਬੈਠ ਗਈ ਅਤੇ ਉਸ ਸਮੇਂ ਜਿਹੜੀ ਇਸ ਨੇ ਸੂਰਜ ਦੀ ਪੂਜਾ ਕਰਕੇ ਕੰਬਲੀ ਪ੍ਰਾਪਤ ਕੀਤੀ ਹੋਈ ਸੀ, ਕਿਉਂਕਿ ਸੂਰਜ ਦੇਵਤੇ ਦਾ ਇਹਨੂੰ ਵਰ ਸੀ ਕਿ ਜੇਕਰ ਜਿਹੜੀ ਤੂੰ ਕੰਬਲੀ ਲੈ ਕਰਕੇ ਅਗਨੀ ਵਿੱਚ ਵੀ ਬੈਠੇਂਗੀ ਤਾਂ ਤੈਨੂੰ ਅਗਨੀ ਸਾੜ ਨਹੀਂ ਸਕੇਗੀ। ਤਾਂ ਸਾਧ ਸੰਗਤ ਜੀਓ, ਉਸ ਸਮੇਂ ਕੰਬਲੀ ਆਪਣੇ ਉੱਪਰ ਲੈ ਕਰਕੇ ਜਿਸ ਸਮੇਂ ਹਰਨਾਖਸ਼ ਦੀ ਭੈਣ ਹੋਲਿਕਾ ਬੈਠ ਜਾਂਦੀ ਹੈ, ਤਦ ਸਾਧ ਸੰਗਤ ਜੀਓ ਪਰਮਾਤਮਾ ਦਾ ਐਸਾ ਭਾਣਾ ਵਾਪਰਦਾ ਹੈ, ਹਵਾ ਦਾ ਐਸਾ ਬੁੱਲਾ ਆਉਂਦਾ ਹੈ, ਉਹ ਕੰਬਲੀ ਉਸ ਤੋਂ ਲੈ ਕਰਕੇ ਭਗਤ ਪ੍ਰਹਿਲਾਦ ਜੀ ਦੇ ਉੱਪਰ ਆ ਜਾਂਦੀ ਹੈ ਅਤੇ ਸਿੱਟੇ ਵਜੋਂ ਜਿਹੜੀ ਉਸ ਦੀ ਭੈਣ ਸੀ ਹੋਲਿਕਾ, ਉਹ ਸਾਧ ਸੰਗਤ ਜੀ ਅਗਨੀ ਦੇ ਵਿੱਚ ਸੜ ਕਰਕੇ ਸਵਾਹ ਹੋ ਜਾਂਦੀ ਹੈ। ਕਿਉਂਕਿ ਉਸ ਦਿਨ ਤਾਂ ਸਾਧ ਸੰਗਤ ਜੀਓ ਲੋਹੜੀ ਦਾ ਤਿਉਹਾਰ ਸੀ। ਲੋਹੜੀ ਵਾਲੇ ਦਿਨ ਹੀ ਸਾਧ ਸੰਗਤ ਜੀਓ ਜੋ ਹਰਨਾਖਸ਼ ਦੀ ਭੈਣ ਸੀ, ਉਹ ਭਗਤ ਪ੍ਰਹਿਲਾਦ ਜੀ ਨੂੰ ਅਗਨੀ ਦੇ ਵਿੱਚ ਬੈਠ ਕਰਕੇ ਅਗਨੀ ਦੀਆਂ ਲਪੇਟਾਂ ਵਿੱਚ ਭਗਤ ਪ੍ਰਹਿਲਾਦ ਜੀ ਨੂੰ ਸਾੜਨ ਵਿੱਚ ਬੈਠੀ ਸੀ। ਅਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਉਸ ਦੇ ਨਾਂ ਉੱਤੇ ਜਿਹੜੀ ਹੋਲੀ ਸੀ ਇਹ ਮਨਾਉਣੀ ਸ਼ੁਰੂ ਕੀਤੀ ਗਈ। ਕਿਉਂਕਿ ਸਾਧ ਸੰਗਤ ਜੀਓ ਜੋ ਹੋਲਾ ਮਹੱਲਾ ਸੀ, ਇਸ ਦੀ ਸ਼ੁਰੂਆਤ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਸਮੇਂ ਭਾਈ ਦਇਆ ਸਿੰਘ ਜੀ ਆ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਸ ਬੇਨਤੀ ਕਰਦੇ ਹਨ, ਸਤਿਗੁਰੂ ਜੀਓ, ਸਮੁੱਚਾ ਜੋ ਸੰਸਾਰ ਹੈ ਵੱਖੋ ਵੱਖਰੇ ਤਿਉਹਾਰ ਮਨਾਉਂਦਾ ਹੈ। ਦੀਵਾਲੀ ਉਹ ਸਤਿਗੁਰੂ ਜੀਓ ਜਿਹੜੇ ਬਾਣੀਏ ਲੋਕ ਹਨ ਉਹ ਮਨਾਉਂਦੇ ਹਨ, ਜੋ ਸ਼ਸਤਰ ਹਨ ਉਹ ਛਤਰੀਏ ਮਨਾਉਂਦੇ ਹਨ, ਅਤੇ ਅੱਜ ਹੋਲੀ ਦਾ ਤਿਉਹਾਰ ਹੈ, ਖਾਲਸੇ ਨੂੰ ਕੀ ਹੁਕਮ ਹੈ। ਤਦ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਹੋਲੀ ਤੋਂ ਫਿਰ ਖਾਲਸੇ ਦਾ ਹੋਲਾ ਮਨਾਉਂਦੇ ਹਨ। ਉਸ ਦਿਨ ਤੋਂ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਹੋਲਾ ਮਹੱਲੇ ਦਾ ਜੋ ਪਾਵਨ ਪਵਿੱਤਰ ਤਿਉਹਾਰ ਹੈ, ਇਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀ ਜੋ ਖਾਲਸਾ ਪੰਥ ਹੈ ਉਹ ਮਨਾਉਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਡੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਦੇ ਉੱਪਰ ਪ੍ਰਵਾਨ ਕਰਨ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਤਾਈਂ ਉੱਚੇ ਸੁੱਚੇ ਜੀਵਨ ਦੀਆਂ ਦਾਤਾਂ ਬਖਸ਼ ਕਰਕੇ ਨਿਹਾਲ ਕਰਨ। ਸਾਡਾ ਚੱਲਿਆ ਹੋਇਆ ਹਰ ਕਦਮ ਲੇਖੇ ਵਿੱਚ ਲਾਉਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਬਹੁਤ ਹੀ ਉੱਚ ਕੋਟੀ ਦਾ ਜੋ ਕਵੀਸ਼ਰੀ ਜਥਾ ਹੈ ਉਹ ਸੰਗਤ ਦੇ ਵਿੱਚ ਪਹੁੰਚ ਚੁੱਕਾ ਹੈ। ਆਪ ਜੀ ਨੂੰ ਪਾਵਨ ਪਵਿੱਤਰ ਗੁਰ ਇਤਿਹਾਸ ਨਾਲ ਜੋੜੇਗਾ। ਇੱਥੇ ਹੀ ਦਾਸ ਆਪਣੇ ਵਿਚਾਰਾਂ ਦੀ ਸਮਾਪਤੀ ਕਰਦਾ ਹੈ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਹੈ ਗਿਆਨੀ ਦਲਜੀਤ ਸਿੰਘ ਜੀ ਦਾ ਕਵੀਸ਼ਰੀ